ਨਾਨਕ ਸਿੰਘ ਦਾ ਨਾਵਲ ਅੱਧ ਖਿੜਿਆ ਫੁੱਲ ਦੇ 7ਵੇਂ ਅੰਗ ਦਾ ਬਾਕੀ ਦਾ ਭਾਗ। ਸਰੋਜ 12 ਵਰ੍ਹਿਆਂ ਦੀ ਸੀ ਜਦ ਉਹਦਾ ਵਿਆਹ ਸ਼ਹਿਰ ਦੇ ਇੱਕ ਪਤਵੰਤੇ ਹਿੰਦੂ ਘਰਾਣੇ 'ਚ ਹੋਇਆ ਸੀ। ਪਰ ਵਿਚਾਰੀ ਦੇ ਕਰਮਾਂ 'ਚ ਸੁੱਖ ਨਹੀਂ ਸੀ। ਵਿਆਹ ਨੂੰ 2 ਵਰ੍ਹੇ ਵੀ ਨਹੀਂ ਸੀ ਹੋਏ ਕਿ ਮੁੰਡਾ ਮੋਟਰ ਦੇ ਹਾਦਸੇ ਨਾਲ ਚੜ੍ਹਾਈ ਕਰ ਗਿਆ। ਸਰੋਜ ਵਿਧਵਾ ਹੋ ਗਈ ਅਤੇ ਸਦਾ ਲਈ ਉਹਨੂੰ ਸਹੁਰਾ ਘਰ ਛੱਡਣਾ ਪਿਆ। ਸਹੁਰੇ ਨੂੰਹ ਦੀ ਉਮਰਾਂ ਬੱਧੀ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਨਹੀਂ ਸਨ, ਜਿਸ ਕਰਕੇ ਸਰੋਜ ਨੂੰ ਪੇਕਿਆਂ ਦੀ ਛਤਰ ਛਾਇਆ ਹੇਠ ਹੀ ਰਹਿਣਾ ਪਿਆ ਅਤੇ ਉੱਥੇ ਹੀ ਉਹਨੇ ਪੜ੍ਹਾਈ ਖ਼ਤਮ ਕੀਤੀ। ਸਰੋਜ ਦਾ ਰੰਗ ਗੋਰਾ ਨਹੀਂ, ਕਣਕਵੰਨਾ ਹੈ। ਉਹਦਾ ਕੱਦ ਲੰਮੇਰਾ, ਅੰਗਾਂ ਦੀ ਗਠਨਤਾਈ ਸਡੌਲ ਅਤੇ ਅੱਖਾਂ ਕੁਝ ਸ਼ਰਬਤੀ ਪਰ ਸ਼ਾਂਤ ਹਨ। ਉਹਦੀ ਤੱਕਣੀ ਬੜੀ ਨਿਰ-ਅਭਿਮਾਨ ਅਤੇ ਸਾਊ ਹੈ। ਜਦ ਖੁੱਲ੍ਹ ਕੇ ਹੱਸਦੀ ਹੈ ਤਾਂ ਮੋਢਿਆਂ ਨੂੰ ਗਿੱਚੀ ਵੱਲ ਉੱਚੇ ਕਰ ਲੈਂਦੀ ਹੈ। ਉਹ ਮੁਸਕਰਾਉਣ ਵੇਲੇ ਅਕਸਰ ਬੁੱਲ੍ਹ ਮੀਟ ਲੈਂਦੀ ਅਤੇ ਅੱਖਾਂ ਨੂੰ ਵੀ ਕੁਝ ਚੁਰਾ ਲੈਂਦੀ ਹੈ। ਉਹਦਾ ਸੁਭਾਅ ਬੜਾ ਖੁੱਲ੍ਹਾ ਅਤੇ ਬੇਸੰਕੋਚ ਹੈ। ਬੋਲਣ ਢੰਗ ਅਸਰ ਅਤੇ ਖਿੱਚ ਭਰਿਆ। ਗੱਲ ਕਰਦਿਆਂ ਜਦੋਂ ਉਹਨੇ ਕਿਸੇ ਗੱਲ 'ਤੇ ਉਚੇਚਾ ਜ਼ੋਰ ਦੇਣਾ ਹੁੰਦਾ ਤਾਂ ਉਹਦੇ ਭਰਵੱਟਿਆਂ 'ਚ ਗੁਲਾਈ ਆ ਜਾਂਦੀ ਹੈ। ਦੋਹਾਂ ਗੱਲਾਂ ਉੱਤੇ ਖਾਲ ਪੈ ਜਾਂਦੇ ਹੈ। ਕਿਸੇ ਦੀ ਗੱਲ ਸੁਣਦੀ ਹੋਈ ਜਦ ਕਦੇ ਬਹੁਤਾ ਅਤੇ ਉਚੇਚਾ ਅਸਰ ਕਬੂਲਦੀ ਜਾਂ ਸੋਚ ਦੀ ਡੂੰਘਾਈ 'ਚ ਚਲੀ ਜਾਂਦੀ ਹੈ ਤਾਂ ਹੇਠਲੇ ਬੁੱਲ੍ਹ ਨੂੰ ਸੁਕੇੜ ਕੇ ਸਿਰ ਨੂੰ ਬੇਮਾਲੂਮੀ ਜਿਹੀ ਹਰਕਤ ਦਿੰਦੀ ਹੈ। ਉਹਦੀ ਤਿੱਖੀ ਠੋਡੀ ਉੱਤੇ ਖਿੱਚ ਅਤੇ ਚਮਕ ਆ ਜਾਂਦੀ ਹੈ। ਜਦ ਕਦੇ ਕੋਈ ਵਿਰੋਧੀ ਭਾਵ ਜਾਂ ਦਲੀਲ ਪ੍ਰਗਟ ਕਰਦੀ ਹੈ ਤਾਂ ਬੜੀ ਕੋਮਲਤਾ ਨਾਲ ਸੱਜੇ ਹੱਥ ਦੀ ਪਹਿਲੀ ਉਂਗਲੀ 'ਤੇ ਅੰਗੂਠੇ ਦੀ ਚੁਟਕੀ ਭਰ ਕੇ ਇੱਕਦਮ ਖੋਲ੍ਹਦੀ ਹੋਈ ਸਿਰ ਨੂੰ ਕੁਝ ਹਰਕਤ ਦੇ ਕੇ ਗੱਲ ਕਰਦੀ ਹੈ। ਵਾਲ ਉਹਦੇ ਬਹੁਤ ਲੰਮੇ ਅਤੇ ਭਾਰੇ ਹਨ। ਉਂਗਲਾਂ ਮੁਲਾਇਮ, ਲੰਮੀਆਂ ਅਤੇ ਲਚਕਦਾਰ। ਨਹੁੰਆਂ ਉੱਤੇ ਪਿਆਜ਼ੀ ਰੰਗ ਦੀ ਲਾਲੀ ਅਤੇ ਕੁਦਰਤੀ ਚਮਕ ਹੈ। ਉਹਦੇ ਦੰਦਾਂ ਦੀ ਉਪਮਾ ਬਿਨਾਂ ਝਿਜਕ ਮੋਤੀਏ ਦੀਆਂ ਕਲੀਆਂ ਨਾਲ ਦਿੱਤੀ ਜਾ ਸਕਦੀ ਹੈ। ਉਹ ਸਾਦਾ ਪਰ ਸਵੱਛ ਪਹਿਰਾਵਾ ਪਸੰਦ ਕਰਦੀ ਹੈ। ਭੜਕੀਲੇ ਲਿਬਾਸ ਤੋਂ ਉਹਨੂੰ ਨਫ਼ਰਤ ਹੈ, ਪਰ ਵਾਲਾਂ ਦੇ ਸ਼ਿੰਗਾਰਨ ਦਾ ਉਹਨੂੰ ਖਾਸ ਸ਼ੌਕ ਹੈ। ਉਹ ਅਕਸਰ ਫਿਰੋਜ਼ੀ ਰੰਗ ਦੀ ਸਾੜੀ, ਜੈਂਪਰ ਅਥਵਾ ਊਦੇ ਰੰਗ ਦੀ ਕਮੀਜ਼ ਅਤੇ ਚਿੱਟੀ ਸਲਵਾਰ ਨੂੰ ਪਸੰਦ ਕਰਦੀ ਹੈ। ਪੈਰਾਂ ਨੂੰ ਸਾਫ਼ ਅਤੇ ਮੁਲਾਇਮ ਰੱਖਣ ਦਾ ਉਹ ਬਾਕੀ ਸਰੀਰ ਨਾਲੋਂ ਵੱਧ ਖਿਆਲ ਰੱਖਦੀ ਹੈ। ਸਰੋਜ ਭਾਵੇਂ ਬਾਲ ਵਿਧਵਾ ਹੈ, ਪਰ ਪਿਓ ਨੇ ਉਹਨੂੰ ਕਦੇ ਵਿਧਵਾ ਪੁਣੇ ਦਾ ਦੁੱਖ ਮਹਿਸੂਸ ਨਹੀਂ ਹੋਣ ਦਿੱਤਾ। ਉਹਦੇ ਸੁੱਖ ਆਰਾਮ ਅਤੇ ਦਿਲ ਬਹਿਲਾਵੇ ਲਈ ਉਹ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦਾ ਹੈ। ਸਰੋਜ ਦਾ ਬਹੁਤਾ ਝੁਕਾਅ ਸਾਹਿਤ ਵੱਲ ਹੈ ਅਤੇ ਜਾਂ ਸੰਗੀਤ ਵੱਲ। ਉਹਨੂੰ ਕਵਿਤਾ ਅਤੇ ਕਹਾਣੀਆਂ ਲਿਖਣ ਦਾ ਸ਼ੌਕ ਹੈ। ਇਨ੍ਹੀਂ ਦਿਨੀਂ ਪੰਜਾਬੀ ਦੇ ਅਖਬਾਰੀ ਹਲਕੇ ਵਿੱਚ ਸਰੋਜ ਦੀਆਂ ਕਹਾਣੀਆਂ ਦੀ ਕਾਫੀ ਚਰਚਾ ਸੀ। ਬਾਊ ਮਹੱਲੇ ਦੀ ਇਸਤਰੀ ਸਤਸੰਗ ਸਭਾ ਦੀ ਉਹ ਕਰਤਾ ਧਰਤਾ ਹੈ ਅਤੇ ਹਰ ਐਤਵਾਰ ਸਿੰਘ ਸਭਾ ਦੇ ਗੁਰਦੁਆਰੇ ਇਸਤਰੀ ਦੀਵਾਨ ਵਿੱਚ ਕੀਰਤਨ ਕਰਦੀ, ਲੈਕਚਰ ਦਿੰਦੀ ਹੈ। ਇਸ ਤੋਂ ਛੁੱਟ ਕੰਨਿਆ ਪਾਠਸ਼ਾਲਾ ਦੀਆਂ ਲੜਕੀਆਂ ਨੂੰ ਵੀ ਬਿਨਾਂ ਤਨਖਾਹ 2-3 ਘੰਟੇ ਰੋਜ਼ ਪੜ੍ਹਨ ਦਾ ਕੰਮ ਉਹਨੇ ਆਪਣੇ ਜ਼ਿੰਮੇ ਲਿਆ ਹੋਇਆ ਹੈ। ਇਸ ਤਰ੍ਹਾਂ ਸਰੋਜ ਨੇ ਆਪਣੇ ਲਈ ਇੰਨੇ ਰੁਝੇਵੇਂ ਬਣਾ ਲਏ ਹਨ, ਕਦੇ ਵੀ ਵਿਹਲੀ ਨਹੀਂ ਰਹਿੰਦੀ। ਉਹ ਆਪਣੇ ਖਿਆਲ ਨੂੰ ਕਿਸੇ ਨਵੀਂ ਜਾਂ ਪੁਰਾਣੀ ਯਾਦ ਵਿੱਚ ਗੁਆਚਣ ਦਾ ਮੌਕਾ ਹੀ ਨਹੀਂ ਦੇਣਾ ਚਾਹੁੰਦੀ। ਚੰਚਲ ਅਤੇ ਅਮੋੜ ਮਨ ਦੀਆਂ ਵਾਗਾਂ ਨੂੰ ਹਰ ਵੇਲੇ ਕੱਸ ਕੇ ਫੜੀ ਰੱਖਦੀ ਹੈ। ਪਰ ਕੀ ਮਨੁੱਖੀ ਮਨ ਉਹਨਾਂ ਜਾਨਵਰਾਂ ਵਾਂਗ ਹੈ ਜਿਹੜੇ ਰੱਸਿਆਂ ਪੈੜਿਆਂ ਦੇ ਬੰਧਨ ਵਿੱਚ ਬੰਨ੍ਹੇ ਰਹਿ ਸਕਣ? ਸਰੋਜ ਨੂੰ ਬਾਹਰੋਂ ਵੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਇਹ ਵਿਧਵਾ ਹੈ, ਬਲਕਿ ਕੁਆਰੀ ਮਾਲੂਮ ਹੁੰਦੀ ਹੈ। ਬਾਊ ਗੰਗਾ ਬਿਸ਼ਨ ਭਾਵੇਂ ਨਵੀਂ ਰੌਸ਼ਨੀ 'ਚ ਕਾਫੀ ਭਿੱਜਿਆ ਹੋਇਆ ਹੈ, ਫਿਰ ਵੀ ਉਸ 'ਚ ਇੰਨੀ ਜੁਰਅਤ ਨਹੀਂ ਕਿ ਵਿਧਵਾ ਵਿਆਹ, ਜਿਹੜਾ ਕਿ ਇਹਨਾਂ ਦੇ ਖਾਨਦਾਨ 'ਚ ਅੱਜ ਤੱਕ ਨਹੀਂ ਹੋਇਆ, ਦਾ ਖਿਆਲ ਦਿਲ 'ਚ ਲਿਆਵੇ। ਭਾਵੇਂ ਉਹ ਸਰੋਜ ਲਈ ਅਤ ਦੁਖੀ ਹੈ। ਉਹਨੂੰ ਵੇਖ ਕੇ ਉਹਦੇ ਕਲੇਜੇ 'ਚ ਰੁੱਗ ਭਰੀਂਦੇ ਹਨ, ਪਰ ਲਾਚਾਰੀ। ਇਸ ਵੇਲੇ ਬਾਊ ਗੰਗਾ ਬਿਸ਼ਨ ਆਪਣੇ ਕਮਰੇ 'ਚ ਬੈਠਾ ਇੱਕ ਪੰਜਾਬੀ ਦਾ ਇਸ ਮਹੀਨੇ ਦਾ ਰਸਾਲਾ ਪੜ੍ਹ ਰਿਹਾ ਸੀ। ਇੱਕ ਕਹਾਣੀ ਜਿਹਦਾ ਨਾਂ ਸੀ ਅੱਧ ਖਿੜਿਆ ਫੁੱਲ ਅਤੇ ਹੇਠਾਂ ਲੇਖਕਾ ਦਾ ਨਾਂ ਸੀ ਸਰੋਜ। ਸਰੋਜ ਕਿਸੇ ਕੰਮ ਲਈ ਕਮਰੇ 'ਚ ਆਈ। ਜਦ ਉਹਦੀ ਨਜ਼ਰ ਆਪਣੀ ਸੱਜਰੀ ਕਹਾਣੀ 'ਤੇ ਪਈ ਤਾਂ ਦੱਬੇ ਪੈਰੀਂ ਜਾ ਕੇ ਉਹ ਪਿਤਾ ਦੀ ਕੁਰਸੀ ਪਿੱਛੇ ਖੜੋ ਹੋ ਗਈ। ਉਹ ਬੇਸਬਰੀ ਨਾਲ ਕਹਾਣੀ ਦਾ ਅੰਤ ਉਡੀਕਣ ਲੱਗੀ। ਉਹਦੀ ਨਜ਼ਰ ਬਰਾਬਰ ਗੰਗਾ ਬਿਸ਼ਨ ਦੇ ਮਨੋਭਾਵਾਂ ਨੂੰ, ਜਿਹੜੇ ਕਹਾਣੀ ਦੇ ਅਸਰ ਨਾਲ ਉਹਦੇ ਚਿਹਰੇ 'ਤੇ ਆ ਰਹੇ ਸਨ, ਭਾਂਪਦੀ ਜਾਂਦੀ ਸੀ। ਕਹਾਣੀ ਮੁਕਾ ਕੇ ਪਿਤਾ ਨੇ ਸਭ ਤੋਂ ਪਹਿਲਾਂ ਉਹ ਵਾਕ ਉਹਦੀ ਸ਼ਲਾਘਾ 'ਚ ਕਿਹੜਾ ਬੋਲਣਾ ਹੈ, ਇਸੇ ਦੀ ਉਡੀਕ ਕਰ ਰਹੀ ਸੀ। ਕਹਾਣੀ ਖਤਮ ਹੋਈ। ਸਰੋਜ ਦਾ ਦਿਲ ਧੜਕ ਰਿਹਾ ਸੀ ਆਪਣੇ ਪਿਤਾ ਦੀ ਪ੍ਰਸ਼ੰਸਾ ਲੈਣ ਲਈ। ਕਹਾਣੀ ਖਤਮ ਕਰਕੇ ਜਦ ਗੰਗਾ ਬਿਸ਼ਨ ਨੇ ਸਿਰ ਚੁੱਕਿਆ
ਤੇ ਸਾਹਮਣੇ ਸ਼ੀਸ਼ੇ ਵਿੱਚੋਂ ਉਹਨੂੰ ਆਪਣੇ ਪਿੱਛੇ ਖੜੀ ਸਰੋਜ ਮੁਸਕਰਾਉਂਦੀ ਦਿਸੀ। ਉਹਨੇ ਬਿਨਾਂ ਇੱਕ ਸ਼ਬਦ ਬੋਲਿਆਂ ਸਰੋਜ ਨੂੰ ਕੁਰਸੀ ਦੀ ਬਾਹੀ 'ਤੇ ਬਿਠਾ ਲਿਆ। ਸਰੋਜ ਪਿਤਾ ਦੇ ਮੂੰਹੋਂ ਕੁਝ ਸੁਣਨਾ ਚਾਹੁੰਦੀ ਸੀ, ਪਰ ਗੰਗਾ ਵਿਸ਼ਨ ਦੇ ਮੂੰਹੋਂ ਕੋਈ ਸ਼ਬਦ ਨਾ ਨਿਕਲਿਆ। ਉਹਦੇ ਬੁੱਲ੍ਹ ਫਰਕ ਕੇ ਮੀਟੇ ਗਏ। ਉਹਦੀਆਂ ਅੱਖਾਂ ਝਮਕ ਕੇ ਸਰੋਜ ਵੱਲ ਚੌੜੀਆਂ ਖੁੱਲ੍ਹੀਆਂ। ਉਹਨਾਂ ਵਿੱਚੋਂ 2 ਗਰਮ ਬੂੰਦਾਂ ਟਪਕੀਆਂ, ਮਾਨੋ ਇਹ 2 ਸੁੱਚੇ ਮੋਤੀ ਸਨ ਜਿਹੜੇ ਪਿਓ ਨੇ ਇਨਾਮ ਵਜੋਂ ਪੁੱਤਰੀ ਨੂੰ ਭੇਟ ਕੀਤੇ। ਸਰੋਜ ਲਈ ਇਹ ਇਨਾਮ ਬਹੁਤ ਭਾਰਾ ਇਨਾਮ ਸੀ, ਉਹਦੀ ਉਮਰ ਨਾਲੋਂ ਵੱਡਾ ਅਤੇ ਕੀਮਤੀ। ਉਹਦੇ ਚਿਹਰੇ ਉੱਤੇ ਕੇਲੇ ਦੇ ਨਵ ਉੱਗੇ ਪੱਤਰ ਵਰਗੀ ਲਿਸ਼ਕ ਦੌੜ ਗਈ। ਪਿਤਾ ਵੱਲੋਂ ਮਿਲੀ ਹੋਈ ਇਸ ਪ੍ਰਸ਼ੰਸਾ ਨੇ ਉਹਦਾ ਹਿਰਦਾ ਖੁਸ਼ੀ ਤੇ ਉਤਸ਼ਾਹ ਨਾਲ ਕੰਡਿਆਂ ਤੀਕ ਭਰ ਦਿੱਤਾ। ਉਹਨੇ ਦੁਪੱਟੇ ਦੀ ਕੰਨੀ ਨਾਲ ਪਿਤਾ ਦੀਆਂ ਅੱਖਾਂ ਪੂੰਝਦਿਆਂ ਹੋਇਆਂ ਪੁੱਛਿਆ, ਬਾਊ ਜੀ? ਤੇ ਅੱਗੇ ਉਹ ਕੁਛ ਨਾ ਆਖ ਸਕੀ। ਸ਼ਾਇਦ ਉਹ ਕਹਿਣਾ ਚਾਹੁੰਦੀ ਸੀ, ਕਹਾਣੀ ਨੇ ਤੁਹਾਡੇ ਦਿਲ 'ਤੇ ਕਿਹਾ ਕੁ ਅਸਰ ਕੀਤਾ ਹੈ। ਤੇ ਅੱਜ ਵੀ ਸਰੋਜ ਦਾ ਦਿਲ ਮੰਗ ਕਰ ਰਿਹਾ ਸੀ ਆਪਣੇ ਪਿਤਾ ਪਾਸੋਂ ਕੁਝ ਸ਼ਲਾਘਾ ਭਰੇ ਸ਼ਬਦਾਂ ਦੀ। ਸਰੋਜ, ਗੰਗਾ ਵਿਸ਼ਨ ਨੇ ਇੱਕ ਸ਼ੰਕਾ ਭਰੀ ਨਜ਼ਰ ਉਹਦੇ ਚਿਹਰੇ 'ਤੇ ਸੁੱਟਦਿਆਂ ਪੁੱਛਿਆ, ਕੀ ਸੱਚਮੁੱਚ ਇਹ ਕਹਾਣੀ ਤੂੰ ਆਪ ਲਿਖੀ ਹੈ? ਇਹ ਛੋਟਾ ਜਿਹਾ ਵਾਕ ਪਿਓ ਦੇ ਮੂੰਹੋਂ ਸੁਣ ਕੇ ਸਰੋਜ ਦਾ ਸਾਰਾ ਉਤਸ਼ਾਹ ਕਿਰਕਿਰਾ ਹੋ ਗਿਆ। ਉਹਦੇ ਸਵੈਮਾਨ ਨੂੰ ਸੱਟ ਵੱਜੀ। ਉਹਦਾ ਦਿਲ ਝੁੰਝਲਾ ਉੱਠਿਆ। ਉਸੇ ਤਰ੍ਹਾਂ ਜੀਕਣ ਕਿਸੇ ਨੂੰ ਮੋਹਰਾ ਮਿਲਣ ਦੀ ਆਸ ਹੋਣ ਤੇ ਉਹਦੇ ਥਾਂ ਕੋਲਿਆਂ ਨਾਲ ਉਹਦੀ ਝੋਲੀ ਭਰ ਦਿੱਤੀ ਜਾਵੇ। ਕਿ ਪਿਤਾ ਜੀ ਮੈਨੂੰ ਨਕਾਲ ਸਮਝਦੇ ਹਨ ਕਿ ਮੈਂ ਲੋਕਾਂ ਦੀਆਂ ਕਹਾਣੀਆਂ ਨਕਲ ਕਰਕੇ ਛਪਵਾਉਂਦੀ ਹਾਂ? ਉਹਦੇ ਦਿਲ ਵਿੱਚੋਂ ਰੋਣ ਵਰਗੀ ਆਵਾਜ਼ ਉੱਠੀ। ਉਹਨੇ ਦੂਜੇ ਹੱਥ ਵਿੱਚ ਫੜਿਆ ਐਡੀਟਰ ਵੱਲੋਂ ਆਇਆ ਹੋਇਆ ਸ਼ਲਾਘਾ ਪੱਤਰ ਮਰੋੜਨਾ ਸ਼ੁਰੂ ਕਰ ਦਿੱਤਾ। ਸਰੋਜ ਦੇ ਚਿਹਰੇ ਉੱਤੋਂ ਉਤਸ਼ਾਹ ਦੀ ਲਾਲੀ ਲੋਪ ਹੋ ਗਈ। ਹੁਣ ਉਹ ਨਿਰਾ ਸੰਗਮਰਮਰ ਦਾ ਬੁੱਤ ਸੀ। ਉਹਦਾ ਸੱਜਾ ਹੱਥ ਜਿਹੜਾ ਪਿਤਾ ਦੇ ਮੋਢੇ 'ਤੇ ਟਿਕਿਆ ਸੀ, ਸਾਹ ਸੱਤਹੀਣ ਹੋ ਕੇ ਉਹਦੇ ਗੋਡੇ 'ਤੇ ਢਹਿ ਪਿਆ। ਪਰਚਾ ਇੱਕ ਪਾਸੇ ਰੱਖ ਕੇ ਗੰਗਾ ਵਿਸ਼ਨ ਨੇ ਪੜਚੋਲੀਆਂ ਨਜ਼ਰਾਂ ਨਾਲ ਸਰੋਜ ਵੱਲ ਤੱਕਿਆ। ਸਰੋਜ ਦੀਆਂ ਗੁਲਾਬੀ ਬੁੱਲੀਆਂ ਖੁਸ਼ ਹੋ ਰਹੀਆਂ ਸਨ, ਜਿਵੇਂ ਉਹਨਾਂ 'ਚੋਂ ਸਵਾਲ ਉੱਠ ਰਿਹਾ ਸੀ, ਕੀ ਸੱਚਮੁੱਚ? ਹੱਥ ਵਧਾ ਕੇ ਬਾਊ ਗੰਗਾ ਵਿਸ਼ਨ ਨੇ ਅਪਮਾਨ 'ਚ ਭੁੱਜਦੇ ਉਸ ਸੋਹਲ ਬੁੱਤ ਨੂੰ ਥਾਪੜਦਿਆਂ ਕਿਹਾ, ਬੱਚੀ ਤੂੰ ਗਲਤ ਸਮਝਿਆ, ਮੇਰਾ ਇਹ ਮਤਲਬ ਨਹੀਂ ਸੀ। ਸਰੋਜ ਦਾ ਟੁੱਟਦਾ ਜਾ ਰਿਹਾ ਸਾਹ ਸੱਤ ਫੇਰ ਮੁੜਿਆ। ਨਿਰਾਦਰ ਦੀ ਪੀੜ ਨਾਲ ਕੁਰਲਾ ਰਹੇ ਹਿਰਦੇ ਨੇ ਨਿੱਘ ਮਹਿਸੂਸ ਕੀਤਾ। ਮੈਂ ਆਪਣੀ ਬੱਚੀ ਦੀ ਕਲਮ ਉੱਤੇ ਕਦੇ ਸ਼ੰਕਾ ਨਹੀਂ ਕਰ ਸਕਦਾ, ਗੰਗਾ ਵਿਸ਼ਨ ਨੇ ਉਹਦੇ ਸਿਰ 'ਤੇ ਹੱਥ ਫੇਰਦਿਆਂ ਕਿਹਾ। ਮੈਂ ਤਾਂ ਇਸ ਲਈ ਕਿਹਾ ਹੈ ਕਿ ਤੂੰ ਮੇਰੀ ਉਮੀਦ ਤੋਂ ਕਈ ਗੁਣਾ ਵੱਧ ਕੰਮ ਕੀਤਾ ਹੈ। ਮੈਂ ਚਾਹੁੰਦਾ ਕਿ ਤੂੰ ਇਸ ਆਰਟ ਵਿੱਚ ਪਰਫੈਕਟ ਹੋਵੇਂ। ਮੈਨੂੰ ਪੜ੍ਹ ਕੇ ਹੈਰਾਨੀ ਜ਼ਰੂਰ ਹੋਈ ਸੀ ਕਿ ਦੁਨੀਆ ਦੇ ਉਤਾਰਾਂ ਚੜ੍ਹਾਵਾਂ ਤੋਂ ਬੇਖਬਰ ਇੱਕ ਸਧਾਰਨ ਪੜ੍ਹੀ ਲੜਕੀ ਵਿੱਚ ਇੰਨਾ ਜਜ਼ਬਾ ਕਿਸ ਤਰ੍ਹਾਂ ਆ ਸਕਦਾ ਹੈ। ਕਿੰਨੀ ਬਾਅਸਰ ਬੋਲੀ ਹੈ, ਕਿੰਨੇ ਸੁਲਝਵੇਂ ਖਿਆਲ, ਕਿੰਨੇ ਡੂੰਘੇ ਜਜ਼ਬੇ। ਸਰੋਜ, ਤੂੰ ਕਿਸੇ ਦਿਨ ਪੰਜਾਬੀ ਦੀ ਮਸ਼ਹੂਰ ਸਟੋਰੀ ਰਾਈਟਰ ਬਣੇਗੀ। ਇਹ ਮੇਰੀ ਪੇਸ਼ੀਨ ਗੋਈ ਹੈ। ਇਸ ਕਹਾਣੀ ਵਿੱਚ ਜਿਸ ਬਦਨਸੀਬ ਜੋੜੀ ਦੀ ਤੂੰ ਹਾਲਤ ਬਿਆਨ ਕੀਤੀ ਹੈ, ਉਹ ਮੇਰੀਆਂ ਅੱਖਾਂ ਅੱਗੋਂ ਨਹੀਂ ਹਟਦੀ। ਸ਼ਾਇਦ ਤੇਰੇ ਨਾਲੋਂ ਦੂਣੀ ਉਮਰ ਦੀ ਲੜਕੀ ਵੀ ਏਡੀ ਉੱਚੀ ਚੀਜ਼ ਨਾ ਲਿਖ ਸਕਦੀ। ਖਾਸ ਕਰਕੇ ਕਹਾਣੀ ਦਾ ਨਾਂ ਕਿੰਨਾ ਢੁਕਵਾਂ ਹੈ, ਅੱਧ ਖਿੜਿਆ ਫੁੱਲ। ਪਰ ਸਰੋਜ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਅੱਧ ਖਿੜਿਆ ਫੁੱਲ ਤੂੰ ਹੀਰੋ ਨੂੰ ਤਸੱਵਰ ਕੀਤਾ ਹੈ ਕਿ ਹੀਰੋਇਨ ਨੂੰ? ਦੋਹਾਂ ਦੀ ਜ਼ਿੰਦਗੀ 'ਚ ਖਿੜ ਮਹਿਕ ਕੇ ਜੀਵਨ ਦੀ ਬਹਾਰ ਦੇਖਣ ਦਾ ਮੌਕਾ ਨਹੀਂ ਆਇਆ। ਹੀਰੋ ਵੀ ਬਦਨਸੀਬ, ਹੀਰੋਇਨ ਵੀ। ਪਿਤਾ ਦੇ ਮੂੰਹੋਂ ਨਿਕਲੇ ਹੋਏ ਇਹ ਪ੍ਰਸ਼ੰਸਾ ਦੇ ਵਾਕ ਸਰੋਜ ਲਈ ਬਹੁਤ ਵੱਡਾ ਇਨਾਮ ਸੀ। ਇੱਕ ਇੱਕ ਸ਼ਬਦ ਉਹਦੇ ਹੌਸਲੇ ਨੂੰ ਦੂਣਾ ਚੌਣਾ ਬਲ ਦਿੰਦਾ ਜਾ ਰਿਹਾ ਸੀ। ਪਰ ਗੰਗਾ ਵਿਸ਼ਨ ਦੇ ਛੇਕੜਲੇ ਕੁਝ ਸ਼ਬਦਾਂ ਨੇ ਸਰੋਜ ਉੱਤੇ ਅਜੀਬ ਤਰ੍ਹਾਂ ਦਾ ਅਸਰ ਕੀਤਾ। ਉਹਦੇ ਚਮਕਦੇ ਚਿਹਰੇ ਉੱਤੇ ਕਿਸੇ ਵਿਸ਼ਾਦ ਦੀ ਰੰਗਤ ਛਾ ਗਈ। ਉਹਦੀਆਂ ਅੱਖਾਂ 'ਚੋਂ ਪ੍ਰਾਮਤਾ ਦੇ ਬੱਦਲ ਉਮੜ ਆਏ। ਉਹਦਾ ਦਿਲ ਕੋਈ ਲੁਕਵੀਂ ਜਿਹੀ ਪੀੜ ਮਹਿਸੂਸ ਕਰਦਾ ਕਹਿ ਰਿਹਾ ਸੀ, ਨਾ ਹੀਰੋ ਤੇ ਨਾ ਹੀਰੋਇਨ, ਕੋਈ ਹੋਰ ਹੀ। ਉਹ ਛੱਤ ਵੱਲ ਇਸ ਤਰ੍ਹਾਂ ਫਿਰਵੀਂ ਨਜ਼ਰ ਨਾਲ ਤੱਕਣ ਲੱਗੀ ਜਿਵੇਂ ਪਿਓ ਦੇ ਸਾਹਮਣੇ ਉੱਡ ਕੇ ਕਿਸੇ ਇਕਾਂਤ 'ਚ ਬੈਠ ਕੇ ਦਿਲ ਦੀ ਭੜਾਸ ਕੱਢਣਾ ਚਾਹੁੰਦੀ ਹੋਵੇ। ਗੰਗਾ ਵਿਸ਼ਨ ਨੇ ਨਜ਼ਰ ਭਰ ਕੇ ਧੀ ਵੱਲ ਤੱਕਿਆ ਤੇ ਇਸ ਤੱਕਣੀ ਨੂੰ ਉਹ ਇੱਕ ਪਲ ਤੋਂ ਵੱਧ ਜਾਰੀ ਨਾ ਰੱਖ ਸਕਿਆ। ਸ਼ਾਇਦ ਉਹ ਸਰੋਜ ਦੀਆਂ ਅੱਖਾਂ ਦੀ ਦੂਰਬੀਨ ਵਿੱਚੋਂ ਉਹਦਾ ਹਿਰਦਾ ਵੇਖ ਰਿਹਾ ਸੀ। ਉਹ ਛੇਤੀ ਨਾਲ ਕਮਰੇ ਤੋਂ ਬਾਹਰ ਨਿਕਲ ਗਿਆ। ਸਰੋਜ ਕੁਰਸੀ 'ਤੇ ਬੈਠੀ ਕਿਸੇ ਹੋਰ ਦੁਨੀਆ 'ਚ ਪਹੁੰਚ ਗਈ, ਸੁਪਨਿਆਂ ਦੀ ਦੁਨੀਆ 'ਚ। ਅੰਗ 8ਵਾਂ। ਉਡੀਕ ਦਾ ਸਮਾਂ ਜਿਉਂ-ਜਿਉਂ ਮੁੱਕਦਾ, ਉਹਦੀਆਂ ਘੜੀਆਂ ਤਿਉਂ-ਤਿਉਂ ਲੰਮੀਆਂ ਤੇ ਅਸਹਿ ਹੁੰਦੀਆਂ ਜਾਂਦੀਆਂ ਹਨ। ਅੱਜ ਰਿਹਾਈ ਹੁੰਦੀ ਹੈ, ਕੱਲ੍ਹ ਹੁੰਦੀ ਹੈ, ਕਰਦਿਆਂ ਕਰਦਿਆਂ
ਮਹੀਨੇ ਤੋਂ ਉੱਪਰ ਬੀਤ ਗਿਆ ਤੇ ਅਖੀਰ ਕੁਲਦੀਪ ਲਈ ਉਹ ਘੜੀ ਆ ਪਹੁੰਚੀ। ਸ਼ਾਮ ਦੇ 7 ਵਜੇ ਬੋਸਟਲ ਜੇਲ੍ਹ ਵਿੱਚੋਂ 1000 ਦੇ ਲਗਭਗ ਅਕਾਲੀਆਂ ਦੀ ਲੰਮੀ ਪਾਲ ਬਾਹਰ ਨਿਕਲੀ ਤੇ ਡੇਰਾ ਸਾਹਿਬ ਗੁਰਦੁਆਰੇ ਵੱਲ ਤੁਰ ਪਈ। ਸਰਹੱਦੀ ਜੱਥੇ ਵਿੱਚ ਕੁਲਦੀਪ ਵੀ ਸ਼ਾਮਲ ਹੋ ਕੇ ਜੇਲੋਂ ਬਾਹਰ ਨਿਕਲਿਆ, ਪਰ ਮੁੜ ਕੇ ਉਹ ਕਿਸੇ ਦੇ ਨਜ਼ਰੀ ਨਹੀਂ ਪਿਆ। ਜਥੇਦਾਰ ਤੇ ਕਈ ਹੋਰ ਸੱਜਣੋਂ ਦੀ ਕਾਹਲੀ ਤੇ ਅਫਸੋਸ ਕਰ ਰਹੇ ਸਨ। ਸਭ ਦਾ ਖਿਆਲ ਸੀ ਜੇਲੋਂ ਨਿਕਲਦਾ ਹੀ ਸਿੱਧਾ ਰੇਲਵੇ ਸਟੇਸ਼ਨ ਨੂੰ ਚਲਾ ਗਿਆ ਹੋਵੇਗਾ, ਪਰ ਕੁਲਦੀਪ ਜੇਲ੍ਹ ਦੇ ਇੱਕ ਕੁਆਟਰ ਵਿੱਚ ਸੀ ਤੇ ਆਪਣੇ ਦੋਸਤ ਅਹਿਮਦ ਖਾਨ ਦੀ ਮਹਿਮਾਨੀ 'ਚ। ਪੰਜਾਬਣ ਨੁਮਾ ਪਠਾਨ ਅਹਿਮਦ ਦੀ ਵਹੁਟੀ ਨੇ ਕੁਲਦੀਪ ਦਾ ਉਹਦੀ ਉਮੀਦ ਤੋਂ ਵੱਧ ਸਵਾਗਤ ਕੀਤਾ। ਉਹਦਾ ਨਾਂ ਸੀ ਜ਼ਬੈਦਾ ਬਾਨੋ। ਉਮਰ 25-26 ਵਰ੍ਹਿਆਂ ਦੇ ਲਗਭਗ, ਰੰਗ ਪਕੇਰਾ ਪਰ ਲਾਲੀ ਮਾਇਲ। ਪਹਿਰਾਵਾ ਉਹਦਾ ਪੰਜਾਬਣਾਂ ਵਾਲਾ ਸੀ ਤੇ ਗਹਿਣਿਆਂ ਦਾ ਉਹਨੂੰ ਖਾਸ ਤੌਰ 'ਤੇ ਸ਼ੌਕ ਜਾਪਦਾ ਸੀ। ਲੱਕ, ਕੰਨ, ਮੇਢੀਆਂ, ਬਾਹਾਂ, ਉਂਗਲਾਂ ਸਭ ਚਾਂਦੀ ਦੀਆਂ ਬੜੀਆਂ ਹੋਈਆਂ। ਪਤਾ ਨਹੀਂ ਇਹ ਉਹਦਾ ਰੋਜ਼ ਦਾ ਪਹਿਰਾਵਾ ਸੀ ਜਾਂ ਪ੍ਰਾਹੁਣੇ ਉੱਤੇ ਆਪਣੀ ਵੱਡੇਤਨ ਦਾ ਅਸਰ ਪਾਉਣ ਲਈ ਸੀ। ਸੰਗਦਾ ਕੁਲਦੀਪ ਅੰਦਰਲੀ ਦਹਿਲੀਜ਼ ਲੰਘਿਆ, ਆਪਣੇ ਮੇਜ਼ਬਾਨ ਦੇ ਮਗਰ। ਪਹਿਲਾਂ ਤਾਂ ਜ਼ੁਬੈਦਾ ਨੇ ਥੋੜ੍ਹਾ ਜਿਹਾ ਸੰਕੋਚ ਕੀਤਾ, ਪਰ ਘੰਟੇ 'ਚ ਹੀ ਉਹ ਪ੍ਰਾਹੁਣੇ ਨਾਲ ਇਸ ਤਰ੍ਹਾਂ ਰਚ ਮਿਚ ਗਈ ਜਿਵੇਂ ਚਿਰਾਂ ਦਾ ਜਾਣੂ ਹੁੰਦਾ ਹੈ। ਉਹਦਾ ਸੰਗ ਕੁਲਦੀਪ ਦੇ ਇੱਕੋ ਵਾਕ ਨੇ ਦੂਰ ਕਰਤੀ। ਜਦ ਉਹਨੇ ਮੱਥੇ ਅੱਗੋਂ ਪੱਲਾ ਨੀਵਾਂ ਕਰ ਲਿਆ ਸੀ ਤੇ ਕੁਲਦੀਪ ਨੇ ਪੈਂਦੀ ਸੱਟੇ ਆਖਤਾ, ਭਾਬੀ ਦਿਓਰਾਂ ਕੋਲੋਂ ਘੁੰਡ ਕੱਢੀਦਾ, ਪਠਾਣੀਆਂ ਉਂਝ ਹੀ ਨਹੀਂ ਕੱਢਦੀਆਂ। ਇਹਦੇ ਉੱਤਰ ਵਿੱਚ ਉਹ ਤੇ ਨਾ ਬੋਲੀ, ਪਰ ਅਹਿਮਦ ਨੇ ਇਹ ਆਖ ਕੇ ਘਰ ਪੂਰਾ ਕਰਤਾ, ਇਹ ਬਿਮਾਰੀ ਪੰਜਾਬ 'ਚ ਆ ਕੇ ਚਮੇੜ ਲਈ ਸੂ। ਅੱਗੇ ਤਾਂ ਨਹੀਂ ਸੀ ਕੱਢਦੀ, ਪਰ ਹੁਣ ਜਦ ਕੱਢ ਹੀ ਚੁੱਕੀ ਹੈ ਤਾਂ ਬਗੈਰ ਚੁਕਾਈ ਲਿਆਂ ਮੁਸ਼ਕਿਲ ਮੰਨੇਗੀ। ਕੁਲਦੀਪ ਨੇ ਹੱਸ ਕੇ ਕਿਹਾ, ਮਾਲੂਮ ਹੁੰਦਾ ਹੈ ਜੇਲ੍ਹ ਦੇ ਮੁਲਾਜ਼ਮ ਬਗੈਰ ਰਿਸ਼ਵਤ ਲਿਆਂ ਕੋਈ ਕੰਮ ਨਹੀਂ ਕਰਦੇ। ਇਸ 'ਚ ਕੀ ਸ਼ੱਕ ਹੈ? ਅਹਿਮਦ ਨੇ ਉੱਤਰ ਦਿੱਤਾ। ਜੇ ਰਿਸ਼ਵਤ ਨਾ ਲਈਏ ਤਾਂ ਇਹ ਵਹੁਟੀ ਦੇ ਗਹਿਣੇ ਵੱਲ ਤੱਕੇ ਹੱਸ ਹਮਲ ਕਿੱਥੋਂ ਬਣਨ? ਕੁਲਦੀਪ ਬੋਲਿਆ, ਪਰ ਮੇਰੇ ਕੋਲ ਤੇ ਇਸ ਵੇਲੇ ਕੁਛ ਹੈ ਨਹੀਂ। ਵਾਹ, ਅਹਿਮਦ ਕਹਿਣ ਲੱਗਾ, ਤੇ ਜੇ ਸਿਪਾਹੀ ਨੇ ਕੈਦੀ ਕੋਲੋਂ ਰਿਸ਼ਵਤ ਨਾ ਲਈ ਤਾਂ ਹੋਰ ਕਿੱਥੋਂ ਲੈਣੀ ਹੋਈ? ਚੰਗਾ ਫਿਰ ਉਧਾਰ ਰਿਹਾ। ਜਦ ਤੁਸੀਂ ਪਿਸ਼ੌਰ ਸਾਡੇ ਘਰ ਆਓਗੇ ਤਾਂ ਸਤਵੰਤ ਵੀ ਬਿਨਾਂ ਰਿਸ਼ਵਤ ਲਿਆਂ ਜੇਠ ਪਾਸੋਂ ਘੁੰਡ ਚੁੱਕ ਦੇਗੀ। ਦੂਜਿਆਂ ਦੀ ਜ਼ਿੰਮੇਵਾਰੀ ਤੂੰ ਖਾਮਖਾ ਆਪਣੇ ਤੇ ਲੈਣਾ, ਖਬਰੇ ਚੁੱਕੇਗੀ ਕਿ ਨਹੀਂ? ਅਹਿਮਦ ਨੇ ਹੱਸ ਕੇ ਕਿਹਾ, ਪਰ ਤੂੰ ਵੀ ਤੇ ਦੂਜਿਆਂ ਦੀ ਵਕਾਲਤ ਕਰ ਰਿਹਾ, ਆਪ ਤੇ ਭਾਬੀ ਮੂੰਹ 'ਚ ਦਹੀਂ ਜਮਾਈ ਬੈਠੀ ਹੈ। ਕੁਲਦੀਪ ਨੇ ਗੁੱਝੀ ਟਕੋਰ ਕੀਤੀ। ਅਹਿਮਦ ਚੁੱਪ ਹੋ ਗਿਆ ਤੇ ਹੁਣ ਵਾਰੀ ਆਈ ਪਠਾਣੀ ਦੀ। ਉਹ ਅੱਖਾਂ ਨੀਵੀਆਂ ਕਰਕੇ ਬੋਲੀ, ਮੈਂ ਤੇ ਘੁੰਡ ਕੱਢਿਆ ਹੀ ਕੋਈ ਨਹੀਂ, ਤੁਸੀਂ ਐਵੇਂ ਕਾਹਨੂੰ ਲੜਨ ਡਏ ਹੋਏ ਜੇ? ਤੇ ਫਿਰ ਇਹ ਮੱਥੇ ਦੀਆਂ ਤਵੀਤੜੀਆਂ ਲੁਕਾਉਣ ਦੀ ਕੀ ਲੋੜ ਸੀ? ਮੈਂ ਕੋਈ ਲਾ ਕੇ ਤੇ ਨਹੀਂ ਸੀ ਲੈ ਚੱਲਾਂ। ਕੁਲਦੀਪ ਨੇ ਗੱਲ ਕੱਥ ਦਾ ਰਸਤਾ ਖੁੱਲ੍ਹਦਾ ਵੇਖ ਕੇ ਕਿਹਾ। ਬਿਨਾਂ ਉੱਤਰ ਦਿੱਤਿਆਂ ਜ਼ੁਬੈਦਾ ਨੇ ਮੱਥੇ ਤੋਂ ਪੱਲਾ ਉੱਚਾ ਕਰ ਲਿਆ। ਅਹਿਮਦ ਨੇ ਵਹੁਟੀ ਨੂੰ ਮਿੱਠੀ ਘੂਰੀ ਦੇ ਕੇ ਕਿਹਾ, ਪਾਣੀ ਧਾਣੀ ਤੇ ਪੁੱਛ ਸੂ, ਗਰਮੀ 'ਚੋਂ ਆਇਆ ਹੈ। ਮੈਂ ਕੀਕਣ ਪੁੱਛਾਂ? ਮੇਰੇ ਹੱਥ ਦਾ ਇਹਨੇ ਪੀਣਾ? ਹਿੰਦੂ ਦੀ ਦੁਕਾਨ ਤੋਂ ਜਾ ਕੇ ਕਿਸੇ ਮੁੰਡੇ ਤੋਂ ਚੁਕਾ ਲਿਆ? ਭਾਬੀ ਤੂੰ ਵੀ ਹੱਦ ਕੀਤੀ ਏ। ਜੇ ਪਾਣੀ ਧਾਣੀ ਦੀ ਸਾਂਝ ਨਾ ਹੋਈ ਤਾਂ ਫਿਰ ਦਿਓਰ ਭਾਬੀ ਦਾ ਸਾਕ ਕੀ ਹੋਇਆ? ਕੁਲਦੀਪ ਦੇ ਸ਼ਬਦਾਂ 'ਚ ਉਦਾਰਤਾ ਦੇ ਭਾਵ ਸਨ। ਦੋਹਾਂ ਵਹੁਟੀ ਗੱਭਰੂ ਨੇ ਹੈਰਾਨੀ ਨਾਲ ਉਸ ਵੱਲ ਤੱਕਿਆ। ਕੁਲਦੀਪ ਨੇ ਇਹ ਕਹਿ ਕੇ ਉਹਨਾਂ ਦੀ ਸ਼ੰਕਾ ਦੂਰ ਕਰਤੀ ਕਿ ਜੇ ਬਾਜ਼ਾਰੋਂ ਹੀ ਪੀਣਾ ਸੀ ਤੇ ਇੱਥੇ ਆਉਣ ਦੀ ਕੀ ਲੋੜ ਸੀ। ਕੁਲਦੀਪ ਦੀ ਇਸ ਅਚੰਭੇ ਭਰੀ ਗੱਲ ਨੇ ਪਠਾਣੀ ਦੇ ਦਿਲ 'ਚ ਉਹਦਾ ਸਤਿਕਾਰ ਦੂਣਾ ਕਰ ਦਿੱਤਾ। ਪਾਣੀ ਪੀਤਾ ਗਿਆ, ਰੋਟੀ ਖਾਧੀ ਗਈ ਤੇ ਫਿਰ ਸੌਣ ਦੀਆਂ ਤਿਆਰੀਆਂ ਹੋਈਆਂ। ਤਿੰਨਾਂ ਵਿੱਚ ਇੱਕ ਅਨੋਖੇ ਪਿਆਰ ਦੀ ਸਾਂਝੀ ਰੌਂ ਫਿਰ ਰਹੀ ਸੀ। ਜ਼ੁਬੈਦਾ ਨੂੰ ਤਾਂ ਇਉਂ ਜਾਪਦਾ ਸੀ ਜਿਵੇਂ ਕੋਈ ਅੱਲੋਕਾਰ ਚੀਜ਼ ਕਿਸੇ ਨੂੰ ਲੱਭ ਪੈਂਦੀ ਹੈ। ਕੁਲਦੀਪ ਨੇ ਜਦ ਜਾਣ ਦਾ ਇਰਾਦਾ ਪ੍ਰਗਟ ਕੀਤਾ ਤਾਂ ਦਿਓਰ ਭਾਬੀ ਵਿੱਚ ਅਸੁਲਝਵਾਂ ਝਗੜਾ ਚੱਲ ਪਿਆ। ਕੁਲਦੀਪ ਅੜਿਆ ਹੋਇਆ ਸੀ ਕਿ ਉਹਨੇ ਸਵੇਰ ਦੀ ਗੱਡੀ ਜ਼ਰੂਰ ਚਲੇ ਜਾਣਾ, ਪਰ ਜ਼ੁਬੈਦਾ ਹੱਠ ਕਰ ਰਹੀ ਸੀ ਕਿ ਦੋ ਤਿੰਨ ਦਿਨਾਂ ਤੋਂ ਪਹਿਲਾਂ ਉਹ ਕਿਸੇ ਸੂਰਤ 'ਚ ਨਹੀਂ ਜਾ ਸਕਦਾ। ਜਿਉਂ-ਜਿਉਂ ਉਹਦੇ ਰੱਖਣ 'ਤੇ ਜ਼ੋਰ ਲਾਇਆ ਜਾ ਰਿਹਾ ਸੀ, ਕੁਲਦੀਪ ਦੇ ਦਿਲ 'ਚ ਘਾਟਾਂ ਪੈ ਰਹੀਆਂ ਸਨ। ਉਹਦਾ ਦਿਲ ਕਹਿੰਦਾ ਸੀ ਖੰਭ ਲਾ ਕੇ ਉੱਡ ਕੇ ਘੜੀਓਂ ਚੌਥੇ ਜਾਂ ਆਪਣੇ ਚਿਰ ਵਿਛੜੀ ਪ੍ਰੀਤਮਾ ਨੂੰ ਜਾ ਮਿਲੇ। ਅਹਿਮਦ ਨੂੰ ਉਹਦੀ ਹਾਲਤ ਦਾ ਪਤਾ ਸੀ, ਇਸ ਲਈ ਉਹਨੇ ਜ਼ੁਬੈਦਾ ਪਾਸ ਸਿਫਾਰਿਸ਼ ਕੀਤੀ, ਬੰਦੀਏ ਰੱਬ ਦੀਏ, ਇਹਨੂੰ ਰੋਕ ਨਾ। ਜਿਹੜਾ ਹਾਲੀ ਵਿਚਾਰੇ ਨੇ 7 ਮਹੀਨੇ ਕੱਟੇ ਨੇ, ਮਈਓਂ ਜਾਣਦਾ ਵਾਂ। ਉਧਰ ਚੂੜੇ ਵਾਲੀ ਦਾ ਪਤਾ ਨਹੀਂ ਕੀ ਹਾਲ ਹੋਣ ਡਿਆ ਹੋਏਗਾ। ਤੇ ਚੂੜੇ ਵਾਲੀ ਸ਼ਬਦ ਅਹਿਮਦ ਉਦੋਂ ਵਰਤਦਾ ਸੀ ਜਦੋਂ ਉਹਨੇ ਕੁਲਦੀਪ ਨੂੰ ਚਿੜਾਉਣਾ ਹੁੰਦਾ ਸੀ, ਪਰ ਕੁਲਦੀਪ ਨੂੰ ਇਸ ਵਿੱਚੋਂ ਇੰਨਾ ਸਵਾਦ ਆਉਂਦਾ ਸੀ, ਚੂੜੇ ਵਾਲੀ ਸ਼ਬਦ ਕੰਨੀ ਪੈਂਦਿਆਂ ਹੀ ਸੱਚਮੁੱਚ ਚੂੜੇ ਵਾਲੀ ਉਹਦੀਆਂ ਅੱਖਾਂ ਅੱਗੇ ਆ ਖਲੋਂਦੀ। ਇਸ ਵੇਲੇ ਵੀ ਉਹਦੀ ਇਹੀ ਹਾਲਤ ਸੀ। ਸਤਵੰਤ ਦੀਆਂ ਗੋਰੀਆਂ ਬਾਹਾਂ 'ਚ ਫਸਿਆ ਚੂੜਾ ਉਹ ਸਾਮਰ ਤੱਕ ਦੇਖ ਰਿਹਾ ਸੀ। ਲਾਚਾਰ ਹੋ ਕੇ ਜ਼ੁਬੈਦਾ ਨੂੰ ਪਤੀ ਦੀ ਸਿਫਾਰਿਸ਼ ਮੰਨਣੀ ਪਈ।
ਕੁਲਦੀਪ ਨੂੰ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਕਿਸੇ ਅਨੋਖੇ ਜਿਹੇ ਸੁੱਖ ਦਾ ਸਵਾਦ ਅਨੁਭਵ ਹੋਇਆ ਜਦ ਪਿਆਰ ਦੇ ਬੰਧਨ 'ਚ ਬੱਝ ਕੇ ਉਹਨੇ ਇੱਕ ਗੈਰ ਮਜ਼ਹਬ ਦੇ ਟੱਬਰ 'ਚ ਕੁਝ ਵਕਤ ਗੁਜ਼ਾਰਿਆ। ਆਪਣੇ ਵਤਨ ਵਿੱਚ ਰਹਿੰਦਿਆਂ ਕਦੀ ਉਹ ਸੋਚ ਹੀ ਨਹੀਂ ਸੀ ਸਕਦਾ ਕਿ ਸਿੱਖ ਤੇ ਮੁਸਲਮਾਨ ਇੱਕੋ ਥਾਲੀ 'ਚ ਰੋਟੀ ਖਾ ਸਕਦੇ ਨੇ। ਉੱਥੋਂ ਦਾ ਵਾਯੂ ਮੰਡਲ ਇਹੋ ਜਿਹਾ ਸੀ। ਕਿਸ ਤਰ੍ਹਾਂ ਉਹ ਪਠਾਨ ਪਤੀ ਪਤਨੀ ਉਸ ਉੱਤੇ ਸਦਕੇ ਘੋਲੀ ਹੋ ਰਹੇ ਸਨ। ਕਿਵੇਂ ਮਮਤਾ 'ਚ ਖੀਵੀ ਹੋਈ ਜ਼ੁਬੈਦਾ ਉਹਦੇ ਅੱਗੇ ਪਿੱਛੇ ਪਈ ਫਿਰਦੀ ਸੀ ਤੇ ਕੁਲਦੀਪ ਲਈ ਇੱਕ ਐਸਾ ਅਨੋਖਾ ਸੁੱਖ ਸੀ ਜਿਸ ਨੂੰ ਕਦੀ ਉਹ ਕਲਪਨਾ ਵਿੱਚ ਨਹੀਂ ਸੀ ਲਿਆ ਸਕਿਆ। ਪਰ ਇਹਦੇ ਹੁੰਦਿਆਂ ਵੀ ਇੱਕ ਚੀਜ਼ ਕਿਸੇ ਕਿਸੇ ਵੇਲੇ ਉਹਦੇ ਸਵਾਦ ਨੂੰ ਕੁਝ ਕਿਰਕਿਰਾ ਕਰ ਦਿੰਦੀ। ਜਦੋਂ ਇਸ ਘਰ 'ਚ ਕੋਈ ਨਿੱਕਾ ਨਿਆਣਾ ਉਹਨੂੰ ਦਿਖਾਈ ਨਾ ਦਿੰਦਾ। ਛਿੱਕੜ ਉਹਨੇ ਆਪਣੇ ਦੋਸਤ ਨੂੰ ਪੁੱਛ ਹੀ ਲਿਆ, ਅਹਿਮਦ ਖਾਨ ਤੁਹਾਡੇ ਘਰ 'ਚ ਕੋਈ ਬਾਲ ਨਹੀਂ ਨਜ਼ਰ ਹੀ ਪੈਂਦਾ। ਅਹਿਮਦ ਨੇ ਠੰਡਾ ਸਾਹ ਭਰਿਆ। ਕੁਦਰਤ ਦੀਆਂ ਖੇਡਾਂ ਨੇ ਭਰਾਵਾ 7-8 ਵਰੇ ਹੋ ਗਏ ਨੇ ਵਿਆਹ ਨੂੰ। ਅਜੇ ਤੀਕ ਅੱਲਾ ਦੀ ਦਰਗਾਹੋਂ ਝੋਲੀ ਖੈਰ ਨਹੀਂ ਪਿਆ ਤੇ ਆਪਣੀ ਤੇ ਮੈਨੂੰ ਐਡੀ ਚਿੰਤਾ ਕੋਈ ਨਹੀਂ, ਪਰ ਤੇਰੀ ਭਰਜਾਈ ਨੂੰ ਜਦੋਂ ਹੌਕੇ ਭਰਦੀ ਵੇਖਦਾ ਵਾਂ ਤੇ ਡਾਢਾ ਅਰਮਾਨ ਲੱਗਦਾ ਹੈ। ਪਰਵਰਦਿਗਾਰ ਨੇ ਜੇ ਪੁੱਤਰ ਦਾ ਮੂੰਹ ਨਹੀਂ ਵਿਖਾਣਾ ਤੇ ਕਦ ਲੜਕੀ ਬਖਸ਼ ਦਿੰਦਾ, ਪਰ ਵੀਰਾ ਕਿਸਮਤ ਅੱਗੇ ਜ਼ੋਰ ਹੈ ਕਿਸੇ ਦਾ। ਚਿੰਤਾ ਕਾਹਦੀ ਦੋਸਤ, ਕੁਲਦੀਪ ਨੇ ਧੀਰਜ ਬੰਨ੍ਹਦਿਆਂ ਕਿਹਾ। ਅਜੇ ਕਿਹੜਾ ਕਿਤੇ ਬੁੱਢੇ ਹੋ ਗਏ ਜੇ ਤੁਸੀਂ। ਰੱਬ ਦਾ ਆਸਰਾ ਰੱਖੋ, ਉਹਦੇ ਘਰ 'ਚ ਕਮੀ ਹੈ ਕਿਸੇ ਚੀਜ਼ ਦੀ। ਤੇ ਦੂਜੀ ਸ਼ਾਮੀ ਜਦੋਂ ਪਤੀ ਪਤਨੀ ਕੁਲਦੀਪ ਨੂੰ ਪਿਸ਼ਾਵਰ ਦੀ ਗੱਡੀ ਚੜ੍ਹਾ ਕੇ ਜਦ ਮੁੜਨ ਲੱਗੇ ਤਾਂ ਆਪਣੀਆਂ ਗਿੱਲੀਆਂ ਅੱਖਾਂ ਨੂੰ ਪੂੰਝਦਿਆਂ ਜ਼ੁਬੈਦਾ ਨੇ ਉਹਨੂੰ ਕਿਹਾ, ਕੁਲਦੀਪ ਘਰ ਜਾ ਕੇ ਸਾਨੂੰ ਵਿਸਰ ਨਾ ਛੱਡੀ। ਤੇ ਜਵਾਬ 'ਚ ਕੁਲਦੀਪ ਨੇ ਇਹ ਕਹਿੰਦਿਆਂ ਜ਼ੁਬੈਦਾ ਦੀ ਚਰਨ ਬੰਦਨਾ ਕੀਤੀ, ਭਾਬੀ ਰੱਬ ਸੱਚਾ ਸਾਡੇ ਪਿਆਰੇ ਨੂੰ ਤੋੜ ਚਾੜੇ। ਕੁਲਦੀਪ ਕਦੇ ਵੀ ਆਪਣੀ ਭਾਬੀ ਨੂੰ ਨਹੀਂ ਭੁੱਲ ਸਕਦਾ। ਧੰਨਵਾਦ। ਚੱਲਦਾ।